जाने हे गीत है, लोग जाने हे गीत है। ये तो ब्रह्म विचार, ये तो ब्रह्म विचार, लोग जाने हे गीत है, लोग जाने हे गीत है, लोग जाने हे गीत है। जी का खालसा वाहिगुरु जी की फतेह। अंग है 433। गुरु नानक पातशाह ਵੱਲੋਂ ਪੱਟੀ ਲਿਖੀ ਸਰਲੇਖੇਤ ਜੋ ਬਾਣੀ ਆਸਾ ਰਾਗ ਵਿੱਚ ਆਪਾਂ ਪੜ੍ਹ ਰਹੇ ਹਾਂ, ਉਹਦੇ ਹੁਣ ਤੱਕ 17 ਬੰਦ ਸੰਪੂਰਨ ਹੋਏ ਨੇ। 18ਵਾਂ ਪੜ੍ਹਨ ਲੱਗੇ ਨਾਣਾ। ਨਾਣੇ ਰਮਤ ਰਹਿ ਘਟ ਅੰਤਰ, ਹਰ ਗੁਣ ਗਾਵੇ ਸੋਈ, आपे आप मिलाए करता, पुनरप जन्म न होई। हाँ जी। नाण रामत रहे घट अंतर, नाण रामत रहे घट अंतर, नाण रावत रहे घट अंतर, हर गुण गावे सोई, हर गुण गावे सोई, आपे आप मिलाए करता, आपे आप मिलाए करता, पुनरप जन्म न होई, पुनरप जन्म न होई। नाणे रबत रह घट अंतर, हर गुण गावे सोई, आपे आप मिलाए करता, पुनरप जन्म ना होई। नाना अखर मगर रबत रह घट अंतर, जिहड़ा भी मनुख जिहड़ा भी प्राणी ਉਹਨੂੰ ਹਿਰਦੇ ਵਿੱਚ ਹਮੇਸ਼ਾ ਸਿਮਰਦਾ ਰਹਿੰਦਾ ਹੈ, ਯਾਦ ਕਰਦਾ ਰਹਿੰਦਾ ਹੈ। ਹਰ ਗੁਣ ਗਾਵੇ ਸੋਈ, ਕਿਉਂਕਿ ਪ੍ਰਮਾਤਮਾ ਦੇ ਹਿਰਦੇ ਵਿੱਚ ਸਮਾਇਆ ਹੋਇਆ ਹੈ। ਇਸ ਕਰਕੇ ਹਰੀ ਦੇ ਗੁਣਾਂ ਨੂੰ ਉਹ ਗਾਇਨ ਕਰਦਾ ਰਹਿੰਦਾ, ਉਹ ਪ੍ਰਭੂ, ਉਸ ਪ੍ਰਭੂ ਨੂੰ ਸਿਮਰਦਾ ਰਹਿੰਦਾ। ਆਪ ਆਪੇ ਆਪ ਮਿਲਾਏ ਕਰਤਾ, ਪੁਨਰਪ ਜਨਮ ਨਾ ਹੋਈ, ਕਿਉਂਕਿ ਉਹ ਆਪ ਹੀ ਮਿਲਾਉਣ ਵਾਲਾ ਹੈ। ਆਪ ਕਿਰਪਾ ਕਰਕੇ ਉਹ ਕਰਤਾ ਗੁਰੂ ਨਾਲ ਮਿਲਾਉਂਦਾ ਹੈ, ਸੰਗਤ ਵਿੱਚ ਲੈ ਕੇ ਆਉਂਦਾ ਹੈ, ਬਾਣੀ ਨਾਲ ਜੋੜ ਦਿੰਦਾ ਹੈ। ਕਹਿੰਦੇ ਉਸ ਕਰਕੇ ਆਪਣੇ ਨਾਲ ਮਿਲਾ ਲੈਂਦਾ ਤੇ ਮੁੜ ਕੇ ਪੁਨਰਪ ਜਨਮ ਨਾ ਹੋਈ, ਮੁੜ ਕੇ ਉਹਦਾ ਜਨਮ ਨਹੀਂ ਹੁੰਦਾ, ਜੰਮਣ ਮਰਨ ਦਾ ਗੇੜ ਨਹੀਂ ਹੁੰਦਾ। ਜਿਹੜਾ ਪੁਨਰਪ ਜਨਮ ਹੈ, ਦੁਬਾਰਾ ਜਨਮ ਹੋਣਾ, ਇਹਦੇ ਬੜੇ ਡੂੰਘੇ ਅਰਥ ਨੇ ਜਦੋਂ ਅਸੀਂ ਲੈਨੇ ਆ। ਇੱਕ ਤੇ ਅੰਤਰੀ ਭਾਵ ਹੈ ਕਿ ਉਹ ਗੱਲਾਂ ਬਾਰ-ਬਾਰ ਨਹੀਂ ਆਉਂਦੀਆਂ, ਜਿਹੜੀਆਂ ਗਲਤੀਆਂ ਅਸੀਂ ਪਹਿਲਾਂ ਬਾਰ-ਬਾਰ ਕਰਦੇ ਰਹੇ, ਕਹਿੰਦੇ ਫਿਰ ਮੁੜ ਕੇ ਨਹੀਂ ਹੁੰਦੀਆਂ। ਮਨੁੱਖ, ਕਿਉਂਕਿ ਜੀਵ ਜਿਹੜਾ ਹੈ, ਸਾਡਾ ਮਨ ਹੈ, ਉਹ ਘੜੀ ਤੋੜਾ ਘੜੀ ਚਮਾਸਾ ਹੁੰਦਾ ਹੈ, ਕਦੇ ਕਿਤੇ ਚਲਾ ਜਾਂਦਾ, ਕਿਤੇ ਕਿਤੇ ਚਲਾ ਜਾਂਦਾ। ਭਾਵੇਂ ਅਸੀਂ ਇੱਥੇ ਬੈਠੇ ਹਾਂ, ਆਪਣੇ ਅੰਦਰ ਧਿਆਨ ਮਾਰ ਕੇ ਵੇਖੀਏ ਕਿ ਇੱਥੇ ਬੈਠੇ ਬੈਠੇ ਵੀ ਕਈ ਵਾਰੀ ਬਾਹਰ ਜਾ ਆਏ ਆ ਈਮਾਨ ਕਰਕੇ। ਕਹਿੰਦੇ ਪੁਨਰਪ ਜਨਮ ਨਾ ਹੋਈ, ਮੁੜ ਕੇ ਉਹਦੇ ਅੰਦਰ ਉਹ ਚੀਜ਼ਾਂ ਜਨਮਦੀਆਂ ਨਹੀਂ, ਬਾਰ-ਬਾਰ ਜਨਮ ਨਹੀਂ ਲੈਂਦੀਆਂ। ਇੱਕ ਤੇ ਅਰਥ ਦਾ ਡੂੰਘਾਈ 'ਚ ਇਹ ਹੈ। ਦੂਜਾ ਕਿ ਸਰੀਰਕ ਤੌਰ ਤੇ ਵੀ ਉਹ ਜੰਮਣ ਮਰਨ ਦੇ ਗੇੜ ਤੋਂ ਬਾਹਰ ਹੋ ਜਾਂਦਾ ਹੈ। ਹਾਂਜੀ। तत्तै तारू पव जल होआ, तत्तै तारू पव जल होआ, ताका अंत न पाया, ताका अंत न पाया, ना तरना तुल्हा हम बूढ़स, ना तरना तुल्हा हम बूढ़स, तार ले तारन राया, तार ले तारन आया। तत्तै तारू भव जल हुआ, ताका अंत न पाया, ना तरना तुल्हा हम बूढ़स, तार ले तारन राया। तत्ता अखर मगर तारू भव जल, इत्थे स्पष्ट करते हैं महाराज कि यह संसार सागर बड़ा डूंघा है, जिहड़ा कि लंघिया नहीं जा सकता, इसनूं पार करना औखा है। पंक जो मोह
ਪਗ ਨਹੀਂ ਚਾਲੈ ਹਮ ਦੇਖਾ ਤਾਂ ਡੂਬੀ ਅਲੇ। ਪੰਚਮ ਪਾਤਸ਼ਾਹ ਮਗਰ ਮੈਂ ਵੇਖ ਰਿਹਾ ਕਿ ਮੋਹ ਦੇ ਚਿੱਕੜ ਵਿੱਚ ਫਸੇ ਹੋਏ ਪੈਰ ਅੱਗੇ ਨਹੀਂ ਨਿਕਲ ਰਹੇ ਤੇ ਸੰਸਾਰ ਸਾਗਰ ਵਿੱਚ ਇਹ ਜੀਵ ਇੰਜ ਹੀ ਡੁੱਬ ਰਹੇ ਨੇ ਮੋਹ ਵਿੱਚ। ਤਰੀਕਾ ਸਮਝਾਇਆ ਜਿਸ ਤਰ੍ਹਾਂ ਆਪਾਂ ਕੋਈ ਦਰਿਆ ਪਾਰ ਕਰਦੇ ਹੋਏ ਕੋਈ ਛੱਪੜ ਪਾਰ ਕਰਨਾ ਹੋਵੇ, ਕਈ ਵਾਰੀ ਵੇਖਦੇ ਆ ਕਿ ਪੈਰ ਗੱਡ ਜਾਂਦੇ ਨੇ ਤੇ ਉੱਥੇ ਹੀ ਰਹਿ ਜਾਂਦਾ ਹੈ। ਇਹ ਮੋਹ ਹੈ ਨਾ ਜਿਹੜਾ, ਇਹ ਕਹਿੰਦੇ ਚਿੱਕੜ ਵਾਂਗੂ। ਇੱਥੇ ਵੀ ਮਾਰੇ ਸਮਝਾਉਂਦੇ ਨੇ ਕਿ ਤਤੈ ਤਾਰੂ ਭਵਜਲ ਹੋਆ ਤਾਂ ਕਾ ਅੰਤ ਨਾ ਪਾਇਆ। ਇਹਦਾ ਕੋਈ ਅੰਤ ਹੀ ਨਹੀਂ ਪਾ ਸਕਿਆ ਇਹ ਸੰਸਾਰ ਸਾਗਰ ਦਾ, ਕਿ ਕਦੋਂ ਕਿੱਥੇ ਗੋਤਾ ਖਾ ਜਾਏ। ਨਾ ਤਰਨਾ ਤੁਲਹਾ ਹਮ ਬੂਡਸ। ਇਹ ਪ੍ਰਭੂ ਨਾ ਸਾਨੂੰ ਤਰਨਾ ਆਉਂਦਾ ਹੈ, ਨਾ ਹੀ ਸਾਡੇ ਕੋਲ ਕੋਈ ਬੇੜੀ ਤੁਲ ਹੈ ਕੋਈ, ਅਸੀਂ ਤੇ ਡੁੱਬਦੇ ਜਾ ਰਹੇ ਹਾਂ। ਤਾਰ ਲਏ ਤਾਰਨ ਰਾਇਆ। हे ਪ੍ਰਭੂ ਤੁਸੀਂ ਕਿਰਪਾ ਕਰੋ, ਤੁਸੀਂ ਤਾਰਨ ਯੋਗ ਹੋ, ਤੁਹਾਡੇ 'ਚ ਸਮਰੱਥ ਹੈ, ਤੁਸੀਂ ਸਾਨੂੰ ਇਸ ਭਵ ਸਾਗਰ ਤੋਂ ਤਾਰ ਲਓ। ਕਿਰਪਾ ਕਰੋ, ਸਾਡੇ ਕੋਲੇ ਨਾ ਮੱਤ ਹੈ ਨਾ ਬੁੱਧੀ ਹੈ, ਸਾਡੇ ਕੋਲੇ ਕੋਈ ਤੁਲਹਾ ਬੇੜੀ ਨਹੀਂ ਹੈ ਜਿਹਦੇ ਕਰਕੇ ਸੰਸਾਰ ਸਾਗਰ ਨੂੰ ਅਸੀਂ ਪਾਰ ਕਰ ਲਵਾਂਗੇ। ਅਸੀਂ ਤੇ ਡੁੱਬਦੇ ਜਾਂਦੇ ਹਾਂ, ਨਾ ਸਾਨੂੰ ਤਰਨਾ ਹੀ ਆਉਂਦਾ ਹੈ। ਜਦੋਂ ਨਾਮਦੇਵ ਜੀ ਦਾ ਸੋਚ ਪੜ੍ਹਦੇ ਆ ਨਾ, ਉਹ ਵੀ ਕਹਿੰਦੇ ਤਾਰ ਲੈ ਮੋਕੋ ਤਾਰ ਲੈ। हे ਪ੍ਰਭੂ ਤੂੰ ਕਿਰਪਾ ਕਰ, ਤੂੰ ਬਖਸ਼ਿਸ਼ ਕਰ ਸਾਡੇ ਤੇ। ਮੈਂ ਤੇ ਤਰਨ ਵੀ ਨਾ ਜਾਣੂ, ਮੈਨੂੰ ਤਰਨਾ ਨਹੀਂ ਆਉਂਦਾ। ਸਾਡੀ ਮੱਤ ਬੁੱਧ ਇੰਨੀ ਨਹੀਂ ਹੈ ਕਿ ਸੰਸਾਰ ਸਾਗਰ ਨੂੰ ਪਾਰ ਕਰ ਲਈ। ਤੁਸੀਂ ਹੀ ਕਿਰਪਾ ਕਰੋ ਕਿਉਂਕਿ ਤੁਹਾਡੇ ਵਿੱਚ ਯੋਗਤਾ ਹੈ, ਤੁਸੀਂ ਡੁੱਬਿਆਂ ਨੂੰ ਪਾਰ ਕਰਨ ਵਾਲੇ ਹੋ। ਤੁਸੀਂ ਇਹ ਸੰਸਾਰ ਸਾਗਰ ਤੋਂ ਹੱਥ ਫੜ ਕੇ ਸਾਨੂੰ ਪਾਰ ਕਰ ਲਓ। ਹਾਂਜੀ। ਥਥੈ ਥਾਨ ਥਾਨ ਅੰਤਰ ਸੋਈ। ਥਥੈ ਥਾਨ ਥਾਨੰਤਰ ਸੋਈ। ਜਾਂ ਕਾ ਕੀਆ ਸਭ ਹੋਆ। ਜਾਂ ਕਾ ਕੀਆ ਸਭ ਹੋਆ। ਕਿਆ ਭਰਮ ਕਿਆ ਮਾਇਆ ਕਹੀਐ। ਧਰਮ ਕਾ ਮਾਇਆ ਕਹੀਐ। ਜੋ ਤਿਸ ਭਾਵੈ ਸੋਈ ਭਲਾ। ਜੋ ਤਿਸ ਭਾਵੈ ਸੋਈ ਭਲਾ। ਥਥੈ ਥਾਨ ਥਾਨੰਤਰ ਸੋਈ। ਜਾਂ ਕਾ ਕੀਆ ਸਭ ਹੋਆ। ਕਿਆ ਭਰਮ ਕਿਆ ਮਾਇਆ ਕਹੀਐ। ਜੋ ਤਿਸ ਭਾਵੈ ਸੋਈ ਭਲਾ। ਥੱਥਾ ਅੱਖਰ ਗੁਰੂ ਨਾਨਕ ਪਾਤਸ਼ਾਹ ਪਾਧੀ ਨੂੰ ਸਮਝਾਉਂਦੇ ਹੋਏ ਕਹਿੰਦੇ ਕਿ ਥਾਨ ਥਨੰਤਰ ਸੋਈ। ਉਹ ਵਾਹਿਗੁਰੂ ਅਕਾਲ ਪੁਰਖ ਥਾਨ ਥਨੰਤਰ, ਹਰ ਥਾਂ ਤੇ ਥਨੰਤਰ ਸ਼ਬਦ ਦਾ ਅਰਥ ਹੈ ਕਿ ਜਿਹੜੀਆਂ ਵਿਚਕਾਰ ਵਿੱਥਾਂ ਨੇ, ਧਰਤੀ ਤੇ ਆਕਾਸ਼ ਵਿਚਕਾਰ ਜੋ ਵਿੱਥ ਹੈ, ਖਲਾ ਹੈ, ਕਹਿੰਦੇ ਉਹ ਤੇ ਉਹਦੇ ਵਿੱਚ ਵੀ ਵਸਦਾ ਹੈ। ਕੱਲੀਆਂ ਥਾਵਾਂ ਨਹੀਂ, ਜਿਹੜੇ ਵਿੱਥਾਂ ਨੇ ਵਿਚਕਾਰ ਉਹਨਾਂ ਵਿੱਚ ਵੀ ਵਸਦਾ ਉਹ ਤੇ, ਆਕਾਸ਼ ਵਿੱਚ, ਪਤਾਲ ਵਿੱਚ, ਧਰਤੀ ਤੇ, ਹਰ ਜਗ੍ਹਾ ਤੇ। ਜਾਂ ਕਾ ਕੀਆ ਸਭ ਹੋਆ। ਇਹ ਸਾਰਾ ਸ੍ਰਿਸ਼ਟੀ ਦਾ ਜੋ ਸਾਨੂੰ ਬ੍ਰਹਿਮੰਡ ਵਿੱਚ ਨਜ਼ਰ ਆ ਰਿਹਾ ਹੈ ਪਸਾਰਾ, ਇਹ ਸਾਰਾ ਹੀ ਉਸ ਵਾਹਿਗੁਰੂ ਅਕਾਲ ਪੁਰਖ ਦਾ ਕੀਤਾ ਹੋਇਆ ਹੈ। ਕਿਆ ਭਰਮ ਕਿਆ ਮਾਇਆ ਕਹੀਐ। ਕਿਹੜੇ ਭਰਮ ਕਿਹੜੀ ਮਾਇਆ, ਇਹਦੇ ਨਾਲ ਸਾਡੇ ਕੋਈ ਲੈਣਾ ਦੇਣਾ ਨਹੀਂ। ਕਿਉਂਕਿ ਜਿਹੜੇ ਗੁਰਮੁਖ ਨੇ, ਇਹ ਬੜੀ ਡੂੰਘਾਈ 'ਚ ਜਾ ਕੇ ਗੁਰੂ ਨਾਨਕ ਪਾਤਸ਼ਾਹ ਨੇ ਗੱਲ ਆਖੀ ਕਿ ਜਿਹੜੇ ਗੁਰਮੁਖ ਨੇ ਨਾ, ਉਹ ਇਸ ਗੱਲ ਨੂੰ ਜਾਣਦੇ ਨੇ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕੀਤੀ ਤੁਸੀਂ। ਹੁਣ ਤੱਕ ਜਿਹੜਾ ਭਰਮ ਭੁਲੇਖਿਆਂ 'ਚ ਰਹੇ, ਸਾਡਾ ਸਮਾਂ ਇਹ ਵੀ ਤੁਹਾਡਾ ਦਿੱਤਾ ਹੋਇਆ ਸੀ। ਉਹਨਾਂ ਨੇ ਕਦੇ ਵੀ ਇਸ ਗੱਲ ਨੂੰ ਮਾੜਾ ਨਹੀਂ ਕਿਹਾ ਵੀ ਜੇ ਅਸੀਂ ਤੈਨੂੰ ਭੁੱਲੇ ਰਹੇ ਫਿਰ ਪਛਤਾਵਾ ਨਹੀਂ ਕੋਈ। ਹੁਣ ਤੇ ਚੇਤੇ ਆ ਗਿਆ ਨਾ, ਕਿਉਂਕਿ ਜਿਹੜੇ ਭਗਤ ਨੇ ਉਹ ਹਰ ਹਾਲਤ ਵਿੱਚ ਖੁਸ਼ ਰਹੇ ਨੇ ਤੇਰੇ ਨਾਲ। ਜੇ ਤੂੰ ਛੋੜ ਦਿੱਤਾ ਤਾਂ ਵੀ, ਜੇ ਜੋੜਿਆ ਤਾਂ ਵੀ, ਜੇ ਦੁੱਖ ਵਿੱਚ ਰੱਖਿਆ ਤਾਂ ਵੀ ਖੁਸ਼ ਨੇ, ਜੇ ਸੁੱਖ ਵਿੱਚ ਦਿੱਤਾ ਹੈ ਤਾਂ ਵੀ ਖੁਸ਼ ਨੇ। ਉਹਨਾਂ ਲਈ ਤਖਤ ਤੇ ਤਖਤਾ ਇੱਕੋ ਜਿਹੇ ਨੇ। ਉਹ ਹਮੇਸ਼ਾ ਇਹਨਾਂ ਨੇ ਭਲਾ ਭਲਾ ਕਰਕੇ ਆਖੀ ਗੱਲ ਨੂੰ ਹਰ ਹਾਲਤ ਵਿੱਚ। ਮਹਾਰਾਜ ਨੇ ਬਾਣੀ 'ਚ ਆਪਾਂ ਪੜ੍ਹਦੇ ਹਾਂ ਜਪਜੀ ਸਾਹਿਬ ਦੇ ਵਿੱਚ ਕਿ ਜਿੰਨੇ ਵੀ ਤੂੰ ਸਾਨੂੰ ਦੁੱਖ ਦਿੱਤੇ ਨੇ, ਮਹਾਰਾਜ ਕਹਿੰਦੇ ਸਾਨੂੰ ਤੇਰੇ ਲਈ ਦਿੱਤੇ ਹੋਏ ਉਹ ਕਰਮ ਹੈ ਸਾਡੇ ਉੱਤੇ। ਮੈਂ ਕਹਿੰਦੇ ਇਹ ਵੀ ਦਾਤ ਤੇਰੀ ਦਾਤਾਰ। ਗੱਲ ਇੱਥੋਂ ਸ਼ੁਰੂ ਕਰਦੇ ਨੇ ਮਹਾਰਾਜ ਕਿ ਕੇਤਿਆਂ ਦੁੱਖ ਭੂਖ ਸਦ ਮਾਰ। ਇਹ ਵੀ ਦਾਤ ਤੇਰੀ ਦਾਤਾਰ। हे ਪ੍ਰਭੂ ਸਾਡੇ ਲਈ ਤੇ ਤੇਰੀ ਇਹ ਵੀ ਦਾਤ ਹੈ, ਕਿਉਂ ਕੁਝ ਦਿੱਤਾ ਤੇ ਹੈ ਤਾਂ ਸਾਨੂੰ, ਕਿਉਂਕਿ ਦੁੱਖ ਦੇਣਾ ਹੈ ਤੇ ਅਸੀਂ ਤੈਨੂੰ ਸਿਮਰਦੇ ਹਾਂ। ਦੁੱਖ ਦਾਰੂ ਸੁਖ ਰੋਗ ਪਿਆ, ਕਿਉਂਕਿ ਸਾਨੂੰ ਤੇਰੇ ਜਿਹੜੇ ਦਿੱਤੇ ਹੋਏ ਦੁੱਖ ਨੇ ਸਾਨੂੰ ਉਹ ਵੀ ਕਬੂਲ ਨੇ। ਜਿਨ੍ਹਾਂ ਦਾ ਪ੍ਰੇਮ ਹੈ ਨਾ, ਉਹ ਪ੍ਰੇਮ ਵਿੱਚ ਹਰ ਚੀਜ਼ ਕਬੂਲਦੇ ਨੇ। ਤਾਂ ਹੁਣ ਮਹਾਰਾਜ ਕਹਿੰਦੇ ਕਿਆ ਭਰਮ ਕਿਆ ਮਾਇਆ ਕਹੀਐ। ਇਹਦੇ ਬਾਰੇ ਅਸੀਂ ਕੀ ਕਹਿ ਸਕਦੇ ਹਾਂ? ਇਹਦੇ
ਇਹ ਭਰਮਾਂ ਬਾਰੇ, ਇਹ ਮਾਇਆ ਕਰਕੇ ਤੇਰੇ ਤੋਂ ਵਿਛੜੇ ਰਹੇ। ਜੋ ਤਿਸ ਭਾਵੈ ਸੋਈ ਭਲਾ, ਇਹ ਪ੍ਰਭੂ ਜੋ ਤੈਨੂੰ ਭਾਉਂਦਾ ਹੈ ਸਾਨੂੰ ਉਹ ਭਲਾ ਹੈ, ਉਹ ਸਾਡੇ ਲਈ ਉਹ ਚੰਗਾ ਹੈ। ਹਾਂਜੀ। ਦੱਦੈ ਦੋਸ਼ ਨਾ ਦੇਉ ਕਿਸੈ, ਦੱਦੈ ਦੋਸ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆ, ਦੋਸ਼ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ਼ ਨਾ ਦੀਜੈ ਅਵਰ ਜਨਾ, ਦੋਸ਼ ਨਾ ਦੀਜੈ ਅਵਰ ਜਨਾ। ਦੱਦੈ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਦੱਦਾ ਅੱਖਰ ਲੈ ਕੇ ਮਾਰ ਕਹਿੰਦੇ ਦੱਦਾ ਦੋਸ਼ ਨਾ ਦੇਉ ਕਿਸੈ, ਕਹਿੰਦੇ ਕਿਸੇ ਤੇ ਦੋਸ਼ ਕਿਉਂ ਦੇਣਾ ਹੈ? ਕਿਉਂਕਿ ਮਨੁੱਖ ਦਾ ਸੁਭਾਅ ਹੈ ਇਹ ਗੱਲ ਕਿ ਜਦੋਂ ਕੋਈ ਸਾਡੇ ਕੋਲੋਂ ਕੰਮ ਗਲਤ ਹੋ ਜਾਏ ਅਸੀਂ ਉਹਦਾ ਦੋਸ਼ ਫਿਰ ਦੂਜਿਆਂ ਤੇ ਮੜ ਦਿੰਨੇ ਆ ਕਿ ਮੈਂ ਤੇ ਪਾਸ ਹੋ ਜਾਣਾ ਸੀ, ਮੈਂ ਤੇ ਜੀ ਉਹਦੇ ਕਰਕੇ ਫੇਲ ਹੋ ਗਿਆ, ਆਹ ਕੰਮ ਮੇਰਾ ਉਹਦੇ ਕਰਕੇ ਖਰਾਬ ਹੋ ਗਿਆ। ਅਸੀਂ ਉਹਨੂੰ ਮੜਦੇ ਆ ਕਿਸੇ ਹੋਰ ਦੇ ਉੱਤੇ ਦੋਸ਼ ਦਬਾਅ ਪਾ ਦਿੰਦੇ, ਉਹਦੇ ਕਰਕੇ ਮੈਂ ਇੰਜ ਹੋ ਗਿਆ, ਨਹੀਂ ਮੈਂ ਤੇ ਠੀਕ ਸੀ। ਮੈਂ ਕਹਿੰਦਾ ਨਹੀਂ, ਜਿਹੜੀ ਗਲਤੀ ਹੈ, ਜਿਹੜੀ ਗਲਤੀ ਨੂੰ ਕਬੂਲ ਲੈਣਾ ਹੀ ਸਹੀ ਮਾਇਨੇ 'ਚ ਜੀਵਨ ਦੀ ਜਾਂਚ ਹੈ। ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾਂ ਆਪਣੇ ਆ। ਕਹਿੰਦੇ ਦੋਸਤ ਆਪਣੇ ਕਰਮਾਂ ਦਾ ਸੀ। ਬੱਚਾ ਨਹੀਂ ਪੜਿਆ ਤੇ ਅਸੀਂ ਦੋਸ਼ ਦਈਏ ਕਿ ਨਹੀਂ ਜੀ ਉਹਦੇ ਨਾਲ ਘੁੰਮਦਾ ਰਿਹਾ ਦੂਜੇ ਮੁੰਡੇ ਨਾਲ, ਉਹ ਤੇ ਵੇਖੋ ਜੀ ਪਾਸ ਹੋ ਗਿਆ, ਸਾਡੇ ਵਾਲਾ ਫੇਲ ਹੋ ਗਿਆ। ਆਮ ਇਹ ਚੀਜ਼ਾਂ ਸਾਨੂੰ ਮਿਲਦੀਆਂ ਨੇ ਵੇਖਣ ਨੂੰ ਸੰਸਾਰ ਦੇ ਵਿੱਚ ਜੀ। ਸਾਡਾ ਮੁੰਡਾ ਤੇ ਠੀਕ ਸੀ ਜੀ, ਜਦੋਂ ਉਹਨਾਂ ਦੇ ਮੁੰਡੇ ਨਾਲ ਰਿਹਾ ਹੈ ਨਾ ਉਹ ਖਰਾਬ ਹੋ ਗਿਆ। ਜੇ ਇਹ ਠੀਕ ਸੀ ਤੇ ਉਹਨੂੰ ਠੀਕ ਹੋਣਾ ਚਾਹੀਦਾ ਸੀ, ਉਹ ਕਿਉਂ ਨਹੀਂ ਠੀਕ ਹੋਇਆ? ਜਿਹੜਾ ਖਰਾਬ ਸੀ ਸਗੋਂ ਖਰਾਬ ਨੂੰ ਠੀਕ ਹੋਣਾ ਚਾਹੀਦਾ ਸੀ, ਪਰ ਨਹੀਂ। ਪਰ ਇਹ ਕਹਿੰਦੇ ਇਹ ਗੱਲ ਨੂੰ ਕਬੂਲ, ਭਾਵ ਇੱਥੇ ਜਿਹੜੀ ਗੱਲ ਕਹੀ ਹੈ ਕਿ ਜੇ ਤੇਰੇ ਅੰਦਰ ਕੋਈ ਦੁੱਖ ਨੇ, ਤੇਰੇ ਅੰਦਰ ਕੋਈ ਦੁਬਿਧਾ ਹੈ ਜਾਂ ਕੋਈ ਕਾਰਨ ਹੈ, ਉਹਦਾ ਕਾਰਨ ਲੱਭ ਕਿ ਮੇਰੇ ਅੰਦਰ ਦੁੱਖ ਪ੍ਰਗਟ ਹੋਇਆ ਤਾਂ ਕਿਉਂ ਹੋਇਆ, ਕੀ ਕਾਰਨ ਨੇ ਜਿਹਦੇ ਕਰਕੇ ਮੇਰਾ ਉਸ ਪਰਮਾਤਮਾ ਤੋਂ ਵਿਛੋੜਾ ਹੈ, ਕੀ ਕਾਰਨ ਨੇ ਮੇਰੇ ਅੰਦਰ ਹੰਕਾਰ ਪੈਦਾ ਹੋ ਜਾਂਦਾ ਹੈ, ਕੀ ਕਾਰਨ ਨੇ ਮੇਰੇ ਅੰਦਰ ਕ੍ਰੋਧ ਪੈਦਾ ਹੋ ਜਾਂਦਾ ਹੈ, ਕੀ ਕਾਰਨ ਨੇ ਮੇਰੇ ਅੰਦਰ ਇਹ ਚੀਜ਼ਾਂ ਪੈਦਾ ਹੋ ਜਾਂਦੀਆਂ ਨੇ। ਉਹ ਕਾਰਨ ਲੱਭ ਲਏਗਾ ਨਾ ਤੈਨੂੰ ਪਤਾ ਲੱਗ ਜਾਏਗਾ। ਮੈਂ ਕਹਿੰਦੇ ਦੂਜਿਆਂ ਤੋਂ ਦੋਸ਼ ਨਾ ਦੇਈ ਜਾ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਬਸ ਇਹ ਗੱਲ ਕਬੂਲ ਲੈ ਕੇ ਜੋ ਮੈਂ ਕੀਤਾ ਹੈ ਮੈਂ ਪਾ ਲਿਆ। ਜੇ ਕਣਕ ਬੀਜੀ ਹੈ ਤਾਂ ਕਣਕ ਉੱਗੇਗੀ, ਜੇ ਮੱਕੀ ਬੀਜੀ ਤੇ ਮੱਕੀ ਉੱਗੇਗੀ। ਜੇ ਚੰਗੇ ਕਰਮ ਕੀਤੇ ਨੇ ਫਲ ਚੰਗਾ ਮਿਲੇਗਾ, ਜੇ ਮਾੜੇ ਕੀਤੇ ਨੇ ਤਾਂ ਮਾੜਾ ਮਿਲੇਗਾ। ਇਸ ਕਰਕੇ ਮਾਰੇ ਕਹਿੰਦੇ ਦੂਜਿਆਂ ਦੇ ਦੋਸ਼ ਨਾ ਦੇ। ਇਹ ਗੱਲ ਨੂੰ ਦੂਜਿਆਂ ਦੇ ਦੋਸ਼ ਨਾ ਦੇਣਾ ਕਰ। ਇਹਨੂੰ ਜਦੋਂ ਅਸੀਂ ਪੜ੍ਹਦੇ ਹਾਂ ਵੇਖਦੇ ਹਾਂ, ਇਹ ਬਾਣੀ ਜਦੋਂ ਮਹਾਰਾਜ ਰਚੀ, ਇਹਨਾਂ ਦੀ ਉਮਰ ਗੁਰੂ ਨਾਨਕ ਪਾਤਸ਼ਾਹ ਦੀ 7 ਸਾਲ ਦੀ ਉਮਰ ਹੈ। ਮੈਂ ਰਾਤ ਬੈਠਾ ਪੜ੍ਹਦਾ ਪਿਆ ਸੀ ਤਾਂ ਮੈਂ ਬੜਾ ਹੈਰਾਨ ਹੋਇਆ ਇਸ ਗੱਲ ਦੇ ਉੱਤੇ ਕਿ ਧੰਨ ਉਹ ਪਦ ਜਿਹੜਾ ਕਿ ਇਹ ਸੁਣਦਾ ਰਿਹਾ। ਮਹਾਰਾਜ ਦੇਖੋ ਲਿਖਾਉਂਦੇ ਰਹੇ ਉਹਨੂੰ ਕਿ ਅੱਖਰ ਲਿਖੀ ਗਏ ਨਾਲ ਉਹਦੇ ਅਰਥ ਕਰੀ ਗਏ, ਤੇ ਪਾਦਾ ਜਾ ਕੇ ਮਹਿਤਾ ਕਾਲੂ ਜੀ ਨੂੰ ਬਾਂਹ ਫੜ ਕੇ ਲੈ ਗਿਆ ਮਹਾਰਾਜ ਜੀ। ਕਹਿੰਦਾ ਵੀ ਇਹ ਬਾਲਕ ਮੇਰੀ ਸਮਝ ਤੋਂ ਬਾਹਰ ਹੈ, ਮੈਂ ਨਹੀਂ ਪੜ੍ਹਾ ਸਕਦਾ, ਮੈਂ ਇਹਨੂੰ ਨਹੀਂ ਪੜ੍ਹਾ ਸਕਦਾ। ਇਹਨੇ ਮੈਨੂੰ ਅਕਲ ਹੀ ਹੁਣ ਸਿਖਾਈ, ਮੈਨੂੰ ਹੁਣ ਪਤਾ ਲੱਗਿਆ ਕਿ ਇਹ ਅੱਖਰਾਂ ਦੇ ਅਰਥ ਇਹ ਨੇ। ਮੈਂ ਤੇ ਐਵੇਂ ਊੜਾ ਐੜਾ ਪੜਾਉਂਦਾ ਰਿਹਾ, ਐਵੇਂ ਮੁਹਾਰਨੀਆਂ ਪੜਾਉਂਦਾ ਰਿਹਾ, ਸਾਰੀ ਨੂੰ ਪੱਟੀਆਂ ਲਿਖਾਉਂਦਾ ਰਿਹਾ ਬੱਚਿਆਂ ਨੂੰ, ਪਰ ਮੈਨੂੰ ਅਰਥ ਨਹੀਂ ਪਤਾ ਸੀ। ਮੈਨੂੰ ਅਰਥ ਇਹ ਪਤਾ ਨੇ। ਸੋ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਇਹ ਜਿਹੜੀ ਪੱਟੀ ਸ਼ਬਦ ਹੈ, ਇਹ ਬਾਣੀ ਜਿਹੜੀ ਹੈ, ਇਹ ਯੂਨੀਵਰਸਿਟੀਆਂ ਵਿੱਚ ਅਰਥਾਂ ਸਮੇਤ ਲਿਖੀ ਹੋਣੀ ਚਾਹੀਦੀ, ਤਾਂ ਕਿ ਸਾਨੂੰ ਪਤਾ ਲੱਗੇ ਕਿ ਅਰਥ ਕੀ ਨੇ ਜੋ ਅਸੀਂ ਪੜ੍ਹਦੇ ਪਏ ਹਾਂ। ਸਾਡੀ ਐਜੂਕੇਸ਼ਨ ਦਾ ਮਤਲਬ ਕੀ ਹੈ, ਅਸੀਂ ਕੀ ਬਣਨਾ ਸੀ ਪੜ੍ਹ ਕੇ, ਉਦੋਂ ਪਤਾ ਲੱਗੇਗਾ। ਹਾਂਜੀ। ਤੱਦੈ ਧਾਰ ਕਲਾ ਜਿਨ ਛੋਡੀ, ਤੱਦੈ ਧਾਰ ਕਲਾ ਜਿਨ ਛੋਡੀ, ਹਰ ਚੀਜੀ ਜਿਨ ਰੰਗ ਕੀਆ, ਹਰ ਚੀਜੀ ਜਿਨ ਰੰਗ ਕੀਆ, ਇਸ ਦਾ ਦੀਆ ਸਭ ਨੀ ਲਿਆ, ਦਾ ਦਿੱਤਾ ਸਭ ਨੇ ਲਿਆ, ਕਰਮੀ ਕਰਮੀ ਹੁਕਮ ਪਿਆ, ਕਰਮੀ ਕਰਮੀ ਹੁਕਮ ਪਿਆ। ਤੱਦੈ ਧਾਰ ਕਲਾ ਜਿਨ ਛੋਡੀ, ਹਰ ਚੀਜੀ ਜਿਨ ਰੰਗ ਕੀਆ।
ਧੱਦਾ ਅੱਖਰ ਮਾਲਕ ਨੇ, ਜਿਸ ਨੇ ਉਸ ਮਾਲਕ ਨੇ ਇੱਕ ਕਲਾ ਵਰਤਾਈ, ਆਪਣੀ ਕਲਾ ਨਾਲ, ਆਪਣੀ ਸ਼ਕਤੀ ਨਾਲ ਇਹ ਸੰਸਾਰ ਨੂੰ ਬਣਾਇਆ ਹੈ। ਹਰ ਚੀਜ਼ ਵਿੱਚ ਵੱਖਰੀ ਵੱਖਰੀ ਵੰਨਗੀ। ਜਦੋਂ ਅਸੀਂ ਪੰਛੀਆਂ ਦੇ, ਜਾਨਵਰਾਂ ਦੇ ਰੰਗਾਂ ਨੂੰ ਵੇਖਦੇ ਹਾਂ, ਮੋਰ ਵਰਗੇ ਪੰਛੀਆਂ ਨੂੰ ਵੇਖਦੇ ਹਾਂ, ਤੇ ਬੜੀ ਹੈਰਾਨੀ ਹੁੰਦੀ ਕਿ ਐਡੀ ਵੱਡੀ ਕਲਾ, ਇੰਨੀ ਵੱਡੇ ਸੁਹੱਪਣ ਉਹ ਮਾਲਕ ਨੇ ਕਿਵੇਂ ਬਣਾ ਦਿੱਤਾ। ਉਦੋਂ ਬੰਦਾ ਹੈਰਾਨ ਹੋ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਦੇ ਬੋਲ ਨੇ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਕਹਿੰਦੇ ਮੈਂ ਬਲਿਹਾਰ ਜਾਨਾ ਤੇਰੀ ਕੁਦਰਤ ਤੋਂ। ਉਸਨੇ ਹਰ ਚੀਜ਼ ਦੀ ਵੰਨਗੀ ਬਣਾਈ ਵੱਖਰੀ ਵੱਖਰੀ। ਜਿਸ ਦਾ ਦੀਆ ਸਭਨੀ ਲਿਆ, ਕਰਮੀ ਕਰਮੀ ਹੁਕਮ ਪਿਆ। ਉਹਦਾ ਦਿੱਤਾ ਹੋਇਆ ਸਭ ਕੋਈ ਲੈ ਰਿਹਾ ਹੈ। ਕਹਿੰਦੇ ਸਾਰੇ ਆਪਣੇ ਆਪਣੇ ਕਰਮਾਂ ਦੇ ਅਨੁਸਾਰ, ਉਹਦੇ ਹੁਕਮ ਅਨੁਸਾਰ ਇਹ ਸੰਸਾਰ ਚੱਲ ਰਿਹਾ ਹੈ ਕਿ ਕਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰ। ਜਿਨੀ ਨਾਮ ਧਿਆਇਆ, ਗਏ ਮਸ਼ੱਕਤ ਘਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਕਹਿੰਦੇ ਉਹ ਹੀ ਮੁਖ ਉਜਲਣੇ। ਆਪਣੇ ਆਪਣੇ ਕਰਮਾਂ ਕਰਕੇ ਉਸ ਮਾਲਕ ਤੋਂ ਅਸੀਂ ਨੇੜੇ ਜਾਂ ਦੂਰ ਹਾਂ। ਉਹ ਸਭ ਦੇ ਨੇੜੇ ਹੈ, ਪਰਮਾਤਮਾ ਸਭ ਦੇ ਨਜ਼ਦੀਕ ਹੈ, ਪਰ ਅਸੀਂ ਆਪਣੇ ਆਪਣੇ ਕਰਮਾਂ ਕਰਕੇ, ਚੰਗੀਆਂ ਜਾਂ ਮਾੜਿਆਂ ਕਰਕੇ ਦੂਰ ਨੇੜੇ ਹੋ ਗਏ। ਹਾਂਜੀ। ਨੰਨੈ ਨਾ ਭੋਗ ਨਿਤ ਭੋਗੈ, ਨੰਨੈ ਨਾ ਭੋਗ ਨਿਤ ਭੋਗੈ। ਨਾ ਡੀਠਾ ਨਾ ਸੰਭਲਿਆ, ਨਾ ਡੀਠਾ ਨਾ ਸੰਭਲਿਆ। ਗੱਲੀ ਹੋਂ ਸੁਹਾਗਣ ਭੈਣੇ, ਗੱਲੀ ਹੋਂ ਸੁਹਾਗਣ ਭੈਣੇ। ਕਾਂਤ ਨ ਕਬਹੂ ਮੈਂ ਮਿਲਿਆ, ਨੰਨੈ ਨਾ ਭੋਗ ਨਿਤ ਭੋਗੈ, ਨਾ ਡੀਠਾ ਨਾ ਸੰਭਲਿਆ। ਗੱਲੀ ਹੋਂ ਸੁਹਾਗਣ ਭੈਣੇ, ਕੰਤ ਨਾ ਕਬਹੂ ਮੈਂ ਮਿਲਿਆ। ਉਂਝ ਅਸੀਂ ਸਾਰੇ ਹੀ ਕਹਿੰਦੇ ਆ ਕਿ ਪ੍ਰਮਾਤਮਾ ਸਾਰਿਆਂ ਚ ਵਸਦਾ ਹੈ। ਸਾਰੇ ਕਹਿੰਦੇ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਆਮ ਵੀ ਅਸੀਂ ਕਹਿ ਦਿੰਦੇ ਤੇ ਉੱਥੇ ਪ੍ਰਮਾਤਮਾ ਦੇ ਸਾਰਿਆਂ ਚ ਵਸਦਾ ਹੈ। ਮੈਂ ਕਹਿੰਦੇ ਉਹ ਭੋਗ ਰਿਹਾ ਸਾਰਿਆਂ ਨੂੰ, ਉਹਦੇ ਕਰਕੇ ਅਸੀਂ ਤੁਰੇ ਫਿਰਦੇ ਹਾਂ, ਉਹਦੀ ਜੋਤ ਹੈ। ਹੁਣ ਗੱਲ ਮਾਰ ਸੁਣ, ਨੰਨਾ ਆਖਰੇ ਕਹਿੰਦੇ ਨਾਹਾ ਭੋਗ ਨਿਤ ਭੋਗੈ। ਉਹ ਮਾਲਕ ਇਸ ਸਰੀਰ ਵਿੱਚ ਵਸਦਾ ਹੋਇਆ ਸਾਰੇ ਭੋਗਾਂ ਨੂੰ ਭੋਗਦਾ ਹੈ। ਨਾ ਡੀਠਾ ਨਾ ਸੰਭਲਿਆ, ਪਰ ਨਾ ਅਸੀਂ ਉਹਨੂੰ ਵੇਖ ਸਕੇ, ਨਾ ਅਸੀਂ ਉਹਨੂੰ ਯਾਦ ਕੀਤਾ, ਨਾ ਉਹਦੀ ਸੰਭਾਲ ਕੀਤੀ। ਕਹੀ ਜਾਂਦੇ ਆ ਕਿ ਪਰਮਾਤਮਾ ਮੇਰੇ ਵਿੱਚ ਵਸਦਾ ਹੈ, ਕਿ ਨਾ ਤਾਂ ਅਸੀਂ ਉਹਨੂੰ ਵੇਖਿਆ ਤੇ ਨਾ ਹੀ ਉਹਨੂੰ ਯਾਦ ਕੀਤਾ। ਗੱਲੀ ਹੋਂ ਸੁਹਾਗਣ ਭੈਣੇ, ਕੰਤ ਨਾ ਕਬਹੂ ਮੈਂ ਮਿਲਿਆ। ਪਰ ਹਾਂ, ਗੱਲਾਂ ਗੱਲਾਂ ਵਿੱਚ ਅਸੀਂ ਬੜੇ ਅੱਗੇ ਨਿਕਲ ਜਾਂਦੇ ਹਾਂ। ਗੱਲੀ ਜੋਗ ਨਾ ਹੋਈ, ਗੱਲਾਂ ਨਾਲ ਜੋਗ ਨਹੀਂ ਹੋਇਆ ਜਾਏਗਾ। ਕਹਿੰਦੇ ਗੱਲਾਂ ਗੱਲਾਂ ਤੇ ਅਸੀਂ ਸੁਹਾਗਣਾ ਵਾਲੀਆਂ ਕਰਦੇ ਹਾਂ, ਗੁਰਮੁਖਾਂ ਵਾਲੀਆਂ ਕਰਦੇ ਹਾਂ ਬੜੀਆਂ। ਕੰਤ ਨਾ ਕਬਹੂ ਮੈਂ ਮਿਲਿਆ, ਪਰ ਮੈਨੂੰ ਉਹ ਪਿਆਰਾ ਮੇਰਾ ਉਹ ਪ੍ਰਭੂ ਮਿਲਿਆ ਨਹੀਂ ਕਦੇ। ਡੂੰਘੀ ਸੱਟ ਮਾਰੀ ਮਹਾਰਾਜ ਨੇ ਕਿ ਸਿਰਫ ਗੱਲਾਂ ਗੱਲਾਂ ਨਾਲ ਹੀ ਅਸੀਂ ਘਰ ਪੂਰਾ ਕਰਨ ਲੱਗੇ ਹੋਏ ਹਾਂ। ਕਹਿੰਦੇ ਗੱਲਾਂ ਨਾਲ ਨਹੀਂ, ਕੋਸ਼ਿਸ਼ ਕਰ, ਜੇ ਤੇਰੇ ਅੰਦਰ ਵਸਦਾ ਉਹਨੂੰ ਮਿਲ। ਸਭ ਤੋਂ ਨਜ਼ਦੀਕ ਤੇਰੇ ਉਹੀ ਹੈ। ਹੁਣ ਮੌਕਾ ਹੈ, ਹੁਣ ਤੂੰ ਮਿਲ ਕਰੇ। ਨਹੀਂ ਫਿਰ ਗੱਲਾਂ ਨਾਲ ਤੇ ਗੱਲ ਨਹੀਂ ਬਣਨੀ। ਕਹਿੰਦੇ ਕੰਤ ਨਾ ਕਬਹੂ ਮੈਂ ਮਿਲਿਆ, ਉਹਨੂੰ ਤਾਂ ਕਦੇ ਮਿਲੀ ਹੀ ਨਹੀਂ ਕਦੇ। ਗੱਲਾਂ ਨਾਲ ਅਸੀਂ ਗੱਲੀਆਂ, ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋਂ ਕਸੁੱਧਾ ਕਾੜੀਆਂ, ਬਾਹਰੋਂ ਚਿੱਟਦੀਆਂ। ਰੀਸਾਂ ਕਰੇ ਤਨਾੜੀਆਂ, ਜੋ ਸੇਵੈ ਦਰ ਖੜੀਆਂ। ਕਹਿੰਦੇ ਰੀਸਾਂ ਅਸੀਂ ਉਹਨਾਂ ਗੁਰਮੁਖਾਂ ਦੀਆਂ ਕਰਦੇ ਆ, ਪਰ ਮਿਲੇ ਨਹੀਂ ਕਦੇ। ਗੱਲਾਂ ਨਾਲ ਕੁਝ ਨਹੀਂ ਕਰਾਂਗੇ, ਮਿਲਣਾ ਸੀ ਉਹਨੂੰ। ਇਹ ਮਨੁੱਖਾ ਜਨਮ ਮਿਲਿਆ ਉਹਨੂੰ ਮਿਲਣ ਵਾਸਤੇ ਸੀ। ਇਸ ਕਰਕੇ ਚੇਤੇ ਕਰ, ਵੇਖ ਤੇਰੇ ਅੰਦਰ ਵਸਦਾ ਹੈ। ਹਾਂਜੀ। ਪੱਪੈ ਪਾਤਸ਼ਾਹ ਪਰਮੇਸ਼ਰ, ਪੱਪੈ ਪਾਤਸ਼ਾਹ ਪਰਮੇਸ਼ਰ। ਵੇਖਣ ਕੋ ਪਰਪੰਚ ਕੀਆ, ਵੇਖਣ ਕੋ ਪਰਪੰਚ ਕੀਆ। ਦੇਖੈ ਬੂਝੈ ਸਭ ਕਿਛ ਜਾਣੈ, ਦੇਖੈ ਬੂਝੈ ਸਭ ਕਿਛ ਜਾਣੈ। ਅੰਤਰ ਬਾਹਰ ਰਵ ਰਹਿਆ, ਅੰਤਰ ਬਾਹਰ ਰਬ ਰਹਿਆ। ਪੱਪੈ ਪਾਤਸ਼ਾਹ ਪਰਮੇਸ਼ਰ, ਵੇਖਣ ਕੋ ਪਰਪੰਚ ਕੀਆ। ਦੇਖੈ ਬੂਝੈ ਸਭ ਕਿਛ ਜਾਣੈ, ਅੰਤਰ ਬਾਹਰ ਰਬ ਰਹਿਆ। ਪੱਪਾ ਅੱਖਰ ਇਹ ਸਪਸ਼ਟ ਕਰਦਾ ਮਗਰ ਉਸ ਪਾਤਸ਼ਾਹ ਨੇ, ਉਸ ਵਾਹਿਗੁਰੂ ਅਕਾਲ ਪੁਰਖ ਨੇ, ਉਸ ਪਰਮੇਸ਼ਰ ਨੇ
ਇਹ ਪ੍ਰਪੰਚ ਪੰਜਾਂ ਤੱਤਾਂ ਦਾ ਸਰੀਰ ਸਾਨੂੰ ਵੇਖਣ ਵਾਸਤੇ ਦਿੱਤਾ ਹੈ। ਇਹ ਮਨੁੱਖਾ ਜਨਮ ਦੇਖਿਆ ਬੁੱਝੈ ਸਭ ਕੁਝ ਜਾਣੈ, ਕਿਨੂੰ ਵੇਖ ਵੀ ਰਿਹਾ ਸੰਸਾਰ ਨੂੰ, ਬੁੱਝ ਰਿਹਾ ਸਭ ਕੁਝ ਜਾਣਦਾ। ਅੰਤਰ ਬਾਹਰ ਰਬ ਰਹਿਆ, ਉਥੇ ਅੰਦਰ ਬਾਹਰ ਹਰ ਜਗ੍ਹਾ ਸਮਾਇਆ ਹੋਇਆ ਹੈ। ਪਰ ਇਸ ਸਰੀਰ ਨਾਲ ਅਸੀਂ ਉਹਨੂੰ ਵੇਖਣਾ ਸੀ, ਉਹ ਤੇ ਸਾਨੂੰ ਵੇਖ ਰਿਹਾ ਹੈ। ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਡਾਣ, ਉਹ ਤੇ ਸਾਨੂੰ ਵੇਖ ਰਿਹਾ ਹੈ, ਪਰ ਅਸੀਂ ਅੱਖਾਂ ਬੰਦ ਕਰੀ ਬੈਠੇ ਹਾਂ। ਉਹ ਤੇ ਬੁੱਝਦਾ ਸਾਡੀ ਹਰ ਗੱਲ ਨੂੰ, ਸੁਣਦਾ ਵੀ ਹੈ, ਜਾਣਦਾ ਵੀ ਹੈ, ਅੰਦਰ ਵੀ ਹੈ, ਬਾਹਰ ਵੀ ਹੈ, ਜਿੱਥੇ ਵੀ ਜਾਂਦੇ ਹਰ ਜਗ੍ਹਾ ਸਰਵ ਵਿਆਪਕ ਹੈ। ਪਰ ਕਹਿੰਦੇ ਇਹ ਪ੍ਰਪੰਚ ਸਾਨੂੰ ਕਾਹਦੇ ਵਾਸਤੇ ਦਿੱਤਾ ਸੀ? ਉਹਨੂੰ ਵੇਖਣ ਵਾਸਤੇ। ਪੱਕਾ ਆਖਰ ਸਾਨੂੰ ਇਹ ਸਪਸ਼ਟ ਕਰਦਾ ਕਿ ਇਹ ਪ੍ਰਪੰਚ ਤੈਨੂੰ ਮਿਲਿਆ, ਇਹ ਪੰਜਾਂ ਤੱਤਾਂ ਦਾ ਸਰੀਰ ਮਿਲਿਆ ਸੀ ਉਸ ਨੂੰ ਵੇਖਣ ਵਾਸਤੇ। ਹਾਂਜੀ। ਫੱਫੇ ਫਾਹੀ ਸਭ ਜਗ ਫਾਸਾ, ਫੱਫੇ ਫਾਹੀ ਸਭ ਜਗ ਫਾਸਾ, ਜਮ ਕੈ ਸੰਗਲ ਬੰਦ ਲਿਆ, ਜਮ ਕੈ ਸੰਗਲ ਬੰਦ ਲਿਆ, ਗੁਰ ਪ੍ਰਸਾਦੀ ਸੇ ਨਰ ਉਬਰੇ, ਗੁਰ ਪ੍ਰਸਾਦੀ ਸੇ ਨਰ ਉਬਰੇ, ਜੇ ਹਰ ਸਰਨਾਗਤ ਭਜ ਪਿਆ, ਫੱਫੇ ਫਾਹੀ ਸਭ ਜਗ ਫਾਸਾ, ਜਮ ਕੈ ਸੰਗਲ ਬੰਦ ਲਿਆ। ਹੁਣ ਫੱਫਾ ਅੱਖਰ ਪਾਦੇ ਨੂੰ ਪੜਾਉਂਦੇ ਹੋਏ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਫੱਫਾ ਅੱਖਰ ਸਾਨੂੰ ਸਪਸ਼ਟ ਕਰਦਾ ਹੈ ਕਿ ਇਸ ਫਾਹੀ ਵਿੱਚ ਮੋਹ ਤੇ ਮਾਇਆ ਦੀ ਇਹ ਸੰਸਾਰ ਸਾਰਾ ਫਸ ਗਿਆ। ਕਹਿੰਦੇ ਫਾਸ ਲਿਆ ਪੱਬ ਬੰਨ ਲਿਆ ਉਸਨੇ। ਜਮ ਕੈ ਸੰਗਲ ਬੰਦ ਲਿਆ, ਤੇ ਨਾਲ ਜਮਾਂ ਦੇ ਸੰਗਲ ਨੇ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ। ਇਹ ਸੰਸਾਰ ਮੋਹ ਮਾਇਆ ਦੀ ਫਾਈਆਂ ਵਿੱਚ ਤੇ ਜਮਾਂ ਦੇ ਸੰਗਲਾਂ ਵਿੱਚ ਫਸਿਆ ਹੋਇਆ, ਦੂਗਾ ਜਾ ਨਹੀਂ ਸਕਿਆ। ਮਿਲਿਆ ਤੇ ਸਰੀਰ ਸਾਨੂੰ ਮਿਲ ਸੀ ਇਹ ਉਸ ਪਰਮਾਤਮਾ ਦੀ ਪ੍ਰਾਪਤੀ ਵਾਸਤੇ। ਗੁਰ ਪ੍ਰਸਾਦੀ ਸੇ ਨਰ ਉਬਰੇ, ਹਾਂ ਗੁਰੂ ਦੀ ਕਿਰਪਾ ਜਿਨ੍ਹਾਂ ਉੱਤੇ ਹੋਈ, ਗੁਰ ਪ੍ਰਸਾਦੀ ਸੇ ਜਨ ਉਬਰੇ, ਜੇ ਹਰ ਸ਼ਰਨਾਗਤ ਭਜ ਪਿਆ। ਗੁਰੂ ਦੀ ਕਿਰਪਾ ਜਿਨ੍ਹਾਂ ਉੱਤੇ ਹੋਈ, ਉਹ ਸੰਸਾਰ ਸਾਗਰ ਤੋਂ ਉੱਭਰ ਗਏ, ਸੰਸਾਰ ਸਾਗਰ ਤੋਂ ਪਾਰ ਹੋ ਗਏ, ਇਸ ਮੋਹ ਮਾਇਆ ਤੋਂ ਪਰਾਂ ਹੋ ਗਏ, ਜਿਹੜੇ ਭੱਜ ਕੇ ਗੁਰੂ ਦੀ ਸ਼ਰਨ ਵਿੱਚ ਚਲੇ ਗਏ। ਜਿਨ੍ਹਾਂ ਨੇ ਹੋਰ ਸਭ ਕੁਝ ਤਿਆਗ ਕੇ ਸਿਰਫ ਗੁਰੂ ਦੀ ਸ਼ਰਨ ਵਿੱਚ ਚਲੇ ਗਏ, ਕਹਿੰਦੇ ਉਹ ਇਸ ਸੰਸਾਰ ਤੋਂ ਪਾਰ ਹੋ ਗਏ। ਹਾਂਜੀ। ਬੱਬੇ ਬਾਜੀ ਖੇਲਣ ਲਾਗਾ, ਬੱਬੇ ਬਾਜੀ ਖੇਲਣ ਲੱਗਾ, ਚੌਪੜ ਕੀਤੇ ਚਾਰ ਜੁਗਾਂ, ਚੌਪੜ ਕੀਤੇ ਚਾਰ ਜੁਗਾਂ, ਜੀ ਜੰਤ ਸਭ ਸਾਰੀ ਕੀਤੇ, ਜੀ ਜੰਤ ਸਭ ਸਾਰੀ ਕੀਤੇ, ਪਾਸਾ ਢਾਲਣ ਆਪ ਲਗਾ, ਪਾਸਾ ਢਾਲਣ ਆਪ ਲੱਗਾ। ਬੱਬੇ ਬਾਜੀ ਖੇਲਣ ਲੱਗਾ, ਚੌਪੜ ਕੀਤੇ ਚਾਰ ਜੁਗਾ। ਕਹਿੰਦੇ ਚੌਪੜ ਦੀ ਬਾਜੀ ਵਾਂਗੂ ਇਹ ਸੰਸਾਰ ਦੀ ਬਾਜੀ ਨੂੰ ਉਹ ਖੇਡ ਰਿਹਾ ਹੈ। ਚਾਰੇ ਯੁੱਗ, ਸਤਯੁਗ, ਦੁਆਪਰ, ਤ੍ਰੇਤਾ ਤੇ ਕਲਯੁਗ। ਆਪਾਂ ਜਿਹੜੇ ਚੌਪੜ ਦੀ ਬਾਜੀ ਜਦੋਂ ਖੇਡਦੇ, ਹੁਣ ਤਾਂ ਖੈਰ ਨਹੀਂ ਖੇਡਦੇ, ਪਹਿਲਾਂ ਬਜ਼ੁਰਗ ਆਮ ਕਰਕੇ ਸੱਥਾਂ ਵਿੱਚ ਖੇਡਦੇ ਸਨ, ਕੌਡੀਆਂ ਨਾਲ ਉਹਨੂੰ ਖੇਡਿਆ ਜਾਂਦਾ ਨਰਦਾ ਲਾ ਕੇ, ਕਿਉਂਕਿ ਬਚਪਨ 'ਚ ਅਸੀਂ ਦੇਖਦੇ ਰਹੇ ਹਾਂ ਉਹ ਚੀਜ਼ ਨੂੰ। ਤੇ ਹੁਣ ਮਾਰੇ ਕਹਿੰਦੇ ਇਸ ਸੰਸਾਰ ਦੀ ਕਹਿੰਦੇ ਮੈਨੂੰ ਇੰਝ ਲੱਗਿਆ ਕਿ ਉਹ ਪ੍ਰਮਾਤਮਾ ਇਸ ਬਾਜੀ ਨੂੰ ਖੇਡ ਰਿਹਾ ਹੈ। ਇਹ ਸੰਸਾਰਿਕ ਖੇਡ ਹੈ, ਆਵਣ ਜਾਣ ਕੇ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਇੱਕ ਖੇਡ ਹੈ, ਉਹਦੀ ਇੱਕ ਮਰਿਆਦਾ ਹੈ। ਹਰ ਖੇਡ ਦੀ ਕੋਈ ਨਾ ਕੋਈ ਮਰਿਆਦਾ ਹੁੰਦੀ ਹੈ। ਕਹਿੰਦੇ ਇਸ ਨੂੰ ਇੱਕ ਹਰ ਚੀਜ਼ ਨੂੰ ਮਰਿਆਦਾ ਵਿੱਚ ਰੱਖ ਕੇ ਇਸ ਚੌਪੜ ਦੀ ਬਾਜੀ ਉਹ ਆਪ ਖੇਡ ਰਿਹਾ ਹੈ। ਜੀ ਜੰਤ ਸਭ ਸਾਰੀ ਕੀਤੇ, ਪਾਸਾ ਢਾਲਣ ਆਪ ਲੱਗਾ। ਇਹ ਜਿੰਨੇ ਜੀਵ ਜੰਤੂ ਨੇ ਇੱਥੇ ਸਾਰੀ ਨੇ, ਭਾਵ ਨਰਦਾਂ ਨੇ ਉਹਦੀਆਂ ਸਾਰੀਆਂ, ਕਹਿੰਦੇ ਇਹ ਪਾਸਾ ਤੇ ਉਹ ਆਪ ਢਾਲਦਾ ਹੈ, ਭਾਵ ਇਸ ਬਾਜੀ ਨੂੰ ਆਪ ਖੇਡਦਾ ਹੈ। ਇਹ ਜੀ ਜੰਤਾਂ ਦੇ ਕੋਈ ਵਸ ਨਹੀਂ, ਉੱਥੇ ਜਿਸ ਤਰ੍ਹਾਂ ਨਰਦਾਂ ਦੇ ਕੋਈ ਵਸ ਨਹੀਂ ਹੁੰਦਾ, ਉੱਥੇ ਖੇਡਣ ਵਾਲੇ ਦੇ ਵਸ ਹੈ ਕਿ ਉਹ ਕਿਹਨੂੰ ਜਿੱਤਣਾ ਤੇ ਕਿਹਨੂੰ ਹਰਾਉਣਾ ਹੈ। ਕਹਿੰਦੇ ਇਹ ਸਾਰਾ ਕੁਝ ਉਸ ਮਾਲਕ ਦੇ ਹੱਥ ਵਿੱਚ ਹੈ। ਇਸ ਖੇਡ ਨੂੰ ਉਹ ਆਪ ਖੇਡ ਰਿਹਾ ਹੈ। ਸੋ ਆਓ, ਸਮਾਂ ਸੰਪੂਰਨ ਹੁੰਦਾ ਹੈ, ਹੋਈਆਂ ਭੁੱਲਾਂ ਦੀ ਖਿਮਾ ਮੰਗਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मेरे राम हम बारक हर प्रभ के हैं ए आणे, हम बारक हर प्रभ के हैं ए आणे।